ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰਸਿੱਖੋ, ਇਸ ਤੋਂ ਪਿਛਲੀ ਕਥਾ ਮੇਰੇ ਜੀਵਨ ਦੀ ਦੂਜੀ ਕਥਾ ਸੀ। ਇਸ ਤੋਂ ਪਹਿਲੀ ਕਥਾ ਮੈਂ ਲਗਭਗ 18 ਤੋਂ 20 ਸਾਲ ਪਹਿਲਾਂ ਨਾਨਕ ਝੀਰੇ ਕੀਤੀ ਸੀ। 8-10 ਮਿੰਟ ਦੀ ਕਥਾ ਸੀ। ਉਹਦੇ ਵਿੱਚ ਸਿਰਫ ਮੈਂ ਮੂਲ ਮੰਤਰ ਦੀ ਕਥਾ ਹੀ ਕੀਤੀ ਸੀ ਤੇ ਇਹ ਵੀ ਮੂਲ ਮੰਤਰ ਦੀ ਕਥਾ ਹੈ। ਪਰ ਸੋਸ਼ਲ ਮੀਡੀਆ ਤੇ ਇਹ ਮੇਰੀ ਪਹਿਲੀ ਕਥਾ ਸੀ ਤੇ ਅੱਜ ਮੇਰੀ ਸੋਸ਼ਲ ਮੀਡੀਆ ਤੇ ਦੂਜੀ ਕਥਾ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰਸਿੱਖੋ, ਜਿਵੇਂ ਕਿ ਪਿਛਲੀ ਵਾਰ ਵੀ ਪਰਮਾਤਮਾ ਦੀ ਮਿਹਰ ਨਾਲ, ਉਸ ਹਸਤੀ ਦੀ ਮਿਹਰ ਨਾਲ ਮੈਂ ਦੱਸਣ ਦਾ ਯਤਨ ਕੀਤਾ ਕਿ ਇਹ ਮੂਲ ਮੰਤਰ ਹੈ, ਇਹ ਮੰਗਲਾਚਰਨ ਹੈ, ਇਹ ਉਸ ਪਰਮਾਤਮਾ ਉਸ ਹਸਤੀ ਦੀ ਡੈਫੀਨੇਸ਼ਨ ਹੈ, ਉਸ ਹਸਤੀ ਦੀ ਪਰਿਭਾਸ਼ਾ ਹੈ, ਉਸ ਹਸਤੀ ਨਾਲ ਸਾਡੀ ਜਾਣ ਪਛਾਣ ਹੈ। ਗੁਰੂ ਨਾਨਕ ਦੇਵ ਜੀ ਨੂੰ ਇਹ ਪਰਿਭਾਸ਼ਾ ਕਿਉਂ ਦੇਣੀ ਪਈ ਉਸ ਹਸਤੀ ਦੀ? ਕਿਉਂਕਿ ਉਹ ਪੂਰੇ ਜਗਤ ਨੂੰ ਇਹ ਦੱਸਣਾ ਚਾਹੁੰਦੇ ਸਨ ਕਿ ਮੇਰਾ ਇਸ਼ਟ ਕੌਣ ਹੈ, ਜਿਹਨੂੰ ਮੈਂ ਮੰਨਣਾ, ਜਿਸ ਹਸਤੀ ਨੂੰ ਮੈਂ ਮੰਨਣਾ, ਉਹ ਕੌਣ ਹੈ। ਇਸ ਕਰਕੇ ਉਹਨਾਂ ਉਸ ਹਸਤੀ ਦੀ ਮੁਕੰਮਲ ਡੈਫੀਨੇਸ਼ਨ ਦਿੱਤੀ। ਜਿਵੇਂ ਕਿ ਪਿਛਲੀ ਵਾਰ ਵੀ ਅਕਾਲ ਪੁਰਖ ਦੀ ਮਿਹਰ ਨਾਲ, ਉਸ ਹਸਤੀ ਦੀ ਮਿਹਰ ਨਾਲ ਮੈਂ ਦੱਸਿਆ ਕਿ ਘੱਟ ਤੋਂ ਘੱਟ ਸ਼ਬਦ ਵਰਤ ਕੇ ਅਰਥਪੂਰਨ ਗੱਲ ਆਖੀ ਜਾਏ, ਕਹਾਣੀ ਸੁਣਾਈ ਜਾਏ, ਡੈਫੀਨੇਸ਼ਨ ਦਿੱਤੀ ਜਾਏ, ਹੋਵੇ ਵੀ ਅਰਥਪੂਰਨ, ਉਹ ਸਭ ਤੋਂ ਵਧੀਆ ਡੈਫੀਨੇਸ਼ਨ, ਸਭ ਤੋਂ ਵਧੀਆ ਪਰਿਭਾਸ਼ਾ, ਸਭ ਤੋਂ ਵਧੀਆ ਗੱਲ, ਸਭ ਤੋਂ ਵਧੀਆ ਕਹਾਣੀ ਹੁੰਦੀ ਹੈ। ਪਰ ਕਈਆਂ ਲੋਕਾਂ ਦਾ ਇਹ ਮੰਨਣਾ ਹੈ ਜਪ ਤੋਂ ਬਾਅਦ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਹੈ। ਇੱਕੋ ਜਿਹੇ ਅਰਥ ਰੱਖਣ ਵਾਲੇ ਹੋਰ ਸ਼ਬਦ ਵਿੱਚ ਜੋੜੇ ਜਾਣ, ਉਹ ਡੈਫੀਨੇਸ਼ਨ ਲੰਮੀ ਹੁੰਦੀ ਹੈ, ਹੋ ਜਾਂਦੀ ਹੈ। ਤੇ ਜਦੋਂ ਡੈਫੀਨੇਸ਼ਨ ਲੰਮੀ ਹੋ ਜਾਂਦੀ ਹੈ, ਪਰਿਭਾਸ਼ਾ ਲੰਮੀ ਹੋ ਜਾਂਦੀ ਹੈ, ਤੇ ਉਹਨੂੰ ਵਧੀਆ ਡੈਫੀਨੇਸ਼ਨ ਜਾਂ ਵਧੀਆ ਗੱਲ ਨਹੀਂ ਮੰਨਿਆ ਜਾਂਦਾ, ਵਧੀਆ ਕਹਾਣੀ ਨਹੀਂ ਮੰਨਿਆ ਜਾਂਦਾ। ਜੋ ਚੀਜ਼ ਆਦਿ ਸੱਚ, ਜੁਗਾਦ ਸੱਚ,
ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ ਵਿੱਚ ਆਖੀ ਗਈ ਏ ਉਹੀ ਗੱਲ ਸਤਨਾਮ ਵਿੱਚ ਪਹਿਲਾਂ ਹੀ ਕਹਿ ਦਿੱਤੀ ਗਈ ਹੈ। ਜਦੋਂ ਕਿਹਾ ਕਿ ਉਹਦਾ ਨਾਮ ਸਤ ਹੈ, ਤੇ ਸਤ ਦਾ ਕੀ ਅਰਥ ਹੁੰਦਾ ਹੈ? ਜਿਹੜਾ ਸੀ, ਹੈ ਤੇ ਰਹੇਗਾ। ਫਿਰ ਅੱਗੇ ਨਾਲ ਅਕਾਲ ਮੂਰਤ ਵੀ ਹੈ। ਉਹਦੇ 'ਚ ਕੀ ਹੈ ਵੀ ਜਿਹਦੀ ਹੋਂਦ ਨੂੰ ਕੋਈ ਖਤਰਾ ਨਹੀਂ, ਜਿਹਦੀ ਹੋਂਦ ਸਦਾ ਕਾਇਮ ਰਹਿਣ ਵਾਲੀ ਹੈ, ਜਿਸ 'ਤੇ ਕਾਲ ਦਾ ਕੋਈ ਅਸਰ ਹੀ ਨਹੀਂ। ਤੇ ਫਿਰ ਵੀ ਅਸੀਂ ਆਖੀਏ ਕਿ ਨਾਨਕ ਹੋਸੀ ਵੀ ਸੱਚ ਤੱਕ ਹੀ ਮੂਲ ਮੰਤਰ ਹੈ। ਇਹ ਜਪ ਬਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਮਾਲਕ ਨੇ, ਗੁਰੂ ਨਾਨਕ ਦੇਵ ਜੀ ਨੇ, ਉਸ ਮਾਲਕ ਦਾ ਓਟ ਆਸਰਾ ਲਿਆ। ਹੁਣ ਓਟ ਆਸਰਾ ਦੇ ਪ੍ਰਥਾਏ ਪੂਰੀ ਗੁਰਬਾਣੀ ਵਿੱਚ 65 ਸ਼ਬਦ ਨੇ। ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਪਏ ਤੇ ਸ਼ਰਨ ਦੇ ਪ੍ਰਥਾਏ ਪੂਰੀ ਗੁਰਬਾਣੀ ਵਿੱਚ 240 ਸ਼ਬਦ ਨੇ। ਇਹ ਵੀ ਖੋਲ੍ਹਣੇ ਪੈਣਗੇ, ਉਹ ਅਲੱਗ ਤੋਂ ਕਥਾ ਕੀਤੀਆਂ ਜਾਣਗੀਆਂ। ਉਹਨਾਂ ਆਪਣੇ ਇਸ਼ਟ ਨੂੰ ਗੁਰੂ ਵੀ ਕਿਹਾ। ਗੁਰੂ ਕਹਿ ਕੇ ਉਹਦੀ ਕਿਰਪਾ ਦੇ ਸਦਕੇ ਅੱਗੇ ਜਪ ਬਾਣੀ ਦੀ ਸ਼ੁਰੂਆਤ ਕੀਤੀ। ਹੁਣ ਇਹਦਾ ਵੀ ਜਵਾਬ ਮੈਨੂੰ ਦੇਣਾ ਤਾਂ ਪਏਗਾ ਨਾ। 1050 ਸ਼ਬਦ ਨੇ ਪੂਰੀ ਗੁਰਬਾਣੀ ਵਿੱਚ, ਜਿਨ੍ਹਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਪਰਮਾਤਮਾ ਹੀ ਗੁਰੂ ਹੈ, ਉਹ ਹਸਤੀ ਹੀ ਗੁਰੂ ਹੈ, ਨਾਮ ਉਹਦਾ ਚਾਹੇ ਕੋਈ ਰੱਖ ਦਿਓ। ਹੁਣ ਨਾਮ ਦੇ ਪ੍ਰਥਾਏ ਪੂਰੀ ਗੁਰਬਾਣੀ ਵਿੱਚ 470 ਸ਼ਬਦ ਨੇ। ਜਿਵੇਂ ਅਲੰਕਾਰ ਦੇ ਪ੍ਰਥਾਏ ਵੀ 470 ਸ਼ਬਦ ਜਿਹੜੇ ਮੇਰੇ ਕੋਲ ਨੋਟ ਨੇ, ਪਰ ਹੈ ਇਸ ਤੋਂ ਵੀ ਜ਼ਿਆਦਾ, ਕਈ ਸ਼ਬਦ ਮੇਰੇ ਕੋਲ ਛੁੱਟ ਗਏ ਨੇ। ਨਾਮਦਾਨ ਦੀ ਪ੍ਰਥਾਏ 360 ਸ਼ਬਦ ਨੇ। ਨਾਮਦਾਨ ਆਮ ਤੌਰ 'ਤੇ ਕਿਹਾ ਜਾਂਦਾ ਵੀ ਅਸੀਂ ਸੰਤਾਂ ਕੋਲ ਨਾਮਦਾਨ ਲੈਣ ਗਏ। ਕਮਲੇ ਹੋ। ਨਾਮ ਹੀ ਪਰਮਾਤਮਾ ਹੈ ਤੇ ਪਰਮਾਤਮਾ ਹੀ ਨਾਮ ਹੈ। ਉਹ ਹਸਤੀ ਹੀ, ਉਹਦੇ ਅੱਗੇ ਇਹ ਨਾਮ ਹਨ ਤੇ ਪਰਮਾਤਮਾ ਦਾ ਦਾਨ ਹੋ ਸਕਦਾ। ਕੌਣ ਜੇ ਮੈਂ ਦਾਨ ਕਰਨ ਵਾਲਾ? ਉਹ ਜਦੋਂ ਇਹ ਸ਼ਬਦ ਖੋਲ੍ਹੇ ਜਾਣਗੇ ਨਾ 360, ਤੇ ਦੱਸਿਆ ਉਸ ਮਾਲਕ ਦੀ ਕਿਰਪਾ ਨਾਲ ਉਹ ਖਿਲਾਏਗਾ ਤੇ ਖੋਲਾਂਗੇ ਨਾਲ। ਪਰ ਅੱਜ ਪ੍ਰਕਰਨ ਇਹ ਨਹੀਂ, ਅੱਜ ਪ੍ਰਕਰਨ ਦੂਜਾ ਹੈ। ਪਿੱਛੇ ਵੀ ਦੱਸਿਆ ਮੈਂ ਕਿ ਗੁਰੂ ਨਾਨਕ ਦੇਵ ਜੀ ਨੇ ਇੰਨੀ ਜਾਣ ਪਛਾਣ ਕਿਉਂ ਦਿੱਤੀ ਉਸ ਹਸਤੀ ਦੀ। ਹੁਣ ਇੱਕ ਆਪਣੇ ਆਪ ਵਿੱਚ ਇੱਕ ਦੀ ਵਿਆਖਿਆ ਵੀ ਹੈ, ਤੇ ਉਸ ਇੱਕ ਦੀ ਪੂਰੀ ਗੁਰਬਾਣੀ ਪਰਿਕਰਮਾ ਕਰਦੀ ਹੈ। ਪੂਰੀ ਗੁਰਬਾਣੀ ਉਸ ਇੱਕ ਦੀ ਪਰਿਕਰਮਾ ਹੀ ਹੈ। ਹਾਂ, ਉਹ ਹਸਤੀ ਜਿਹੜੀ ਸਹਿਬ ਅੰਗ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਜਿਹੜੀ ਜੂਨਾਂ ਵਿੱਚ ਨਹੀਂ ਆਉਂਦੀ, ਉਹ ਹਸਤੀ ਜੋ ਕਾਲ ਤੋਂ ਰਹਿਤ ਹੈ, ਸਮੇਂ ਦਾ ਕੋਈ ਪ੍ਰਭਾਵ ਨਹੀਂ, ਨਿਰਭਉ ਹੈ, ਨਿਰਵੈਰ ਹੈ,
ਉਹ ਰਚਨਹਾਰ ਹੈ, ਉਹ ਹਰ ਜਗ੍ਹਾ ਬਿਰਾਜਮਾਨ ਹੈ, ਉਹਦਾ ਨਾਮ ਸਤ ਹੈ ਤੇ ਉਹ ਓਂਕਾਰ, ਕਾਰ यानी कि निरंतर है, लगातार है, घट वध नहीं करे। इस नूं ही अपना इष्ट ते इस नूं ही अपना गुरु मनना है। ते गुरु साहब ने ये पहला खुद किया, दस्या भी मैं मेरा केड़ा इष्ट है तो मेरा गुरु केड़ा है। उहदे विच की मैसेज दे रहे हो, क्योंकि मैसेज जीवन तो जाता है, जबान तो नहीं। ये मैसेज देन का मेरे गुरुआं का यही तरीका है। वो जीवन पहला आप जीए हो तो जी के दसिया भी यह जीवन है, एवें जीवना है। इस करके उन्हें डेफिनेशन दी परमात्मा की, ओदी परिभाषा दी, ओदे नाल ओदी जान पहचान दी। एक अलग अज तो मैं 12-15 साल पहला कथा तैयार की सी कि प्रभाव क्यों नहीं पैंदा कथावां दा, लोग मानते क्यों नहीं कि जीवन नहीं है, साडा जीवन नहीं है। तो मैसेज तो सिर्फ जीवन तो जाता है, जबान तो नहीं। सुनेहा जिहड़ा समाज जाता है वो साडे जीवन तो जाता है। खैर, पिछली कथा विच मैं कह गया सा कि जीवन यात्रा खाण पीण तो शुरू होती है, नहीं होती, उस तो भी पहला होती है। पहला पानी जीव है, जिस हरिया सब कोई जीवन 84 लाख जून का जीवन पानी तो शुरू होता है। किवें? बेशक मूल परमात्मा है, पर उस मूल ने अगे सोर्स सृष्टि का पानी तो बनाया। पानी ने घाह बूटे रुख अनाज दालां पैदा किते। खाण पीण वाले पदार्थ तां ही मिले ना जे पानी ने ये हरे भरे किते। ते फिर इन्ना हरिया भरिया किता अगे अगे पशुआं नूं पक्षियां नूं। सब तो पहला की हरा भरा होया? बनस्पति। बनस्पति ने हरिया भरिया किनू किता? पशुआं पक्षियां ते इस मानस जात। इथों जीवन सफर शुरू होया पानी तो, फिर अगे टुरिया। मैं वो अपनी गलती का सुधार करना चाहया सी। ते ये जिहड़े सब अपने जीवन सफर विच हन, जिवें कोई बूटा उगदा है
ਉਹਦਾ ਕੁਝ ਮਿੰਟ ਘੰਟੇ ਜਾਂ ਦਿਨ ਜੀਵਨ ਹੁੰਦਾ ਹੈ। ਜਿਵੇਂ ਬਰਸਾਤੀ ਮੌਸਮ 'ਚ ਵੀ ਨਾ ਪਹਿਲਾਂ ਉਹਦਾ ਖੁੰਬੀ ਦਾ ਨਾਮ ਹੀ ਹੈ ਗੁਰਬਾਣੀ ਵਿੱਚ। ਵੈਸੇ ਆਮ ਭਾਸ਼ਾ ਵਿੱਚ ਤੇ ਅਸੀਂ ਉਹਨੂੰ ਯਾਨੀ ਕਿ ਉਹ ਅਲੱਗ ਜਿਹਾ ਇੱਕ ਨਾਮ ਦਿੰਦੇ ਸਾਂ, ਉਹ ਮੈਂ ਨਹੀਂ ਬੋਲ ਨਹੀਂ ਸਕਦਾ। ਉਗਣਾ ਤੋਂ ਪੈਣੀ ਤੇ ਖਤਮ, ਇੰਨੀ ਦੇਰ ਦਾ ਜੀਵਨ ਸੀ। ਇਸ ਤਰ੍ਹਾਂ ਹੀ ਆਪਣੇ ਜੀਵਨ ਉਹਦਾ ਜੀਵਨ ਸਫ਼ਰ ਇੰਨਾ ਕੋਈ ਸੀ। ਉਸ ਮਾਲਕ ਨੇ ਸਾਨੂੰ ਉਸ ਅਕਾਲ ਨਾਲ ਜੋੜਿਆ, ਉਸ ਹਸਤੀ ਨਾਲ ਜੋੜਿਆ ਜਿਹੜਾ ਅਕਾਲ ਹੈ, ਜਿਹਦੀ ਹਸਤੀ ਨੂੰ, ਜਿਹਦੀ ਹੋਂਦ ਨੂੰ ਕੋਈ ਖਤਰਾ ਨਹੀਂ, ਜਿਹਦੀ ਹੋਂਦ ਮਿਟਦੀ ਨਹੀਂ। ਪਰ ਅਸੀਂ ਕਿੱਥੇ ਜੁੜੇ ਰਹੇ? ਅਸੀਂ ਜੁੜ ਕਿੱਥੇ ਗਏ? ਉਹਨਾਂ ਨਾਲ ਜਿਹੜੇ ਜੀਵਨ ਸਫ਼ਰ ਵਿੱਚ ਸਨ। ਕਈ ਤਰ੍ਹਾਂ ਦੇ ਬੂਟਿਆਂ ਨਾਲ ਅਸੀਂ ਜੁੜ ਗਏ, ਕਈ ਤਰ੍ਹਾਂ ਦੇ ਪਸ਼ੂਆਂ ਨਾਲ ਅਸੀਂ ਜੁੜ ਗਏ, ਕਈ ਤਰ੍ਹਾਂ ਦੇ ਅਸੀਂ ਪੰਛੀਆਂ ਨਾਲ ਜੁੜ ਗਏ, ਅਲੱਗ ਅਲੱਗ ਲੋਕ। ਫਿਰ ਅਸੀਂ ਉਹਨਾਂ ਨਾਲ ਜੁੜ ਗਏ ਜਿਹੜੇ ਜੀਵਨ ਸਫ਼ਰ ਵਿੱਚ ਹੀ ਹਨ। ਗੁਰਸਿੱਖੋ, ਜਿਹੜੇ ਲੋਕ ਆਂਦੇ ਨੇ ਨਾ ਵੀ ਗੁਰਬਾਣੀ ਵਿੱਚ ਕਿੱਥੇ ਲਿਖਿਆ ਵੀ ਦੇਹਧਾਰੀਆਂ ਨੂੰ ਨਹੀਂ ਮੰਨਣਾ, ਸੰਤਾਂ ਨੂੰ ਨਹੀਂ ਮੰਨਣਾ, ਜਿਨ੍ਹਾਂ ਦੇ ਡੇਰਿਆਂ ਤੋਂ ਹੀ ਸ਼ੁਰੂ ਹੋਇਆ ਹੈ ਕਿ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਹੈ। ਜਪ ਦੀ ਬਾਣੀ ਸ਼ੁਰੂ ਕਰਨ ਤੋਂ ਪਹਿਲਾਂ ਕਿ ਸਾਰੀਆਂ ਬਾਣੀਆਂ ਸਾਰੀਆਂ ਹੀ ਲਗਭਗ ਸਾਰੀਆਂ ਬਾਣੀਆਂ ਸ਼ੁਰੂ ਕਰਨ ਤੋਂ ਪਹਿਲਾਂ, ਲਗਭਗ ਨਹੀਂ ਸਾਰੀਆਂ ਹੀ ਬਾਣੀਆਂ ਸ਼ੁਰੂ ਕਰਨ ਤੋਂ ਪਹਿਲਾਂ ਇਹ ਮੰਗਲਾਚਰਨ ਕੀਤਾ ਹੈ। ਛੋਟੇ ਰੂਪ ਵਿੱਚ ਵੀ ਆਇਆ ਮੰਗਲਾਚਰਨ, ਇੱਕ ਓਂਕਾਰ ਸਤਿਗੁਰ ਪ੍ਰਸਾਦ ਦੇ ਰੂਪ ਵਿੱਚ ਵੀ ਆਇਆ ਹੈ, ਉਹ ਵੀ ਮੰਗਲਾਚਰਨ ਹੈ। ਉਹ ਮੁਕੰਮਲ ਮੂਲ ਮੰਤਰ ਨਹੀਂ ਹੈ, ਪਰ ਹੈ ਮੰਗਲਾਚਰਨ ਛੋਟੇ ਰੂਪ ਵਿੱਚ। ਜਿਨ੍ਹਾਂ ਦੇ ਡੇਰਿਆਂ ਤੋਂ ਇਹ ਆਖਿਆ ਗਿਆ ਕਿ ਨਹੀਂ, ਇਹ ਨਾਨਕ ਹੋਸੀ ਵੀ ਸੱਚ ਤੱਕ ਹੈ, ਮੰਗਲਾਚਰਨ ਜਾਂ ਮੂਲ ਮੰਤਰ ਜੋ ਵੀ ਕਹ ਲਓ। ਉਹ ਜਿਹੜੇ ਆਪ ਆਪਣਾ ਜੀਵਨ ਸਫ਼ਰ ਤੈਅ ਕਰ ਰਹੇ ਨੇ, ਅਸੀਂ ਉਹਨਾਂ ਨਾਲ ਜੁੜ ਗਏ। ਤੇ ਲਓ, ਸੁਖਮਣੀ ਸਾਹਿਬ ਨੇ ਦੀ ਬਾਣੀ ਸਮਝਣ ਤੋਂ ਬਿਨਾਂ ਸਭ ਤੋਂ ਜ਼ਿਆਦਾ ਅਸੀਂ ਸੰਤਾਂ ਅਤੇ ਸਾਧਾਂ ਨਾਲ ਜੁੜ ਗਏ। ਪਰ ਚੇਤਾ ਰਹੇ, ਗੁਰੂ ਪਰਮਾਤਮਾ ਨੂੰ ਕਿਹਾ ਗਿਆ ਹੈ। ਚਲੋ ਮੈਂ ਥੋੜ੍ਹਾ ਜਿਹਾ ਤੈਨੂੰ ਖੋਲ੍ਹ ਹੀ ਦਿਆਂ। ਜਦੋਂ ਅਸੀਂ ਆਨੇ ਵਾਹ ਗੁਰੂ, ਉਹ ਕਿਸ ਵਾਸਤੇ ਉਚਾਰਿਆ ਗਿਆ? ਉਸ ਹਸਤੀ ਵਾਸਤੇ। ਵਾਹ ਕਹਿ ਕੇ ਅਸੀਂ ਉਹਦੀ ਉਸਤਤ ਕੀਤੀ ਹੈ। ਫਿਰ ਬਾਅਦ ਹੀ ਕੀ ਕਿਹਾ? ਗੁਰੂ ਵਾਹ, ਵਾਹ ਉਸਤਤ ਕਰਨ ਲੱਗੇ ਆਖੀਦਾ ਵਾਹ, ਵਾਹ ਪਈ ਵਾਹ, ਵਾਹ ਗੁਰੂ। ਸ਼ਾਇਦ ਇੰਨੀ ਗੱਲ ਹੀ ਕਾਫੀ ਹੈ ਸਮਝਦਾਰ ਵਾਸਤੇ। ਤੇ ਫਿਰ ਵੀ ਅਲੱਗ ਅਲੱਗ ਬੜੀਆਂ ਹੀ ਕਥਾਵਾਂ ਕਰਨੀਆਂ ਪੈਣਗੀਆਂ। ਜੋ ਕੁਝ ਪਿੱਛੇ ਮੈਂ ਸਭ ਤੋਂ ਪਹਿਲੀ ਕਥਾ ਵਿੱਚ ਕਿਹਾ ਹੈ, ਉਹਨਾਂ ਸਾਰੀਆਂ ਗੱਲਾਂ ਦੇ ਜਵਾਬ ਤੇ ਮੈਨੂੰ ਦੇਣੇ ਪੈਣਗੇ ਨਾ। ਹੁਣ ਮੂਲ ਕਿਹਾ ਹੈ, ਤੇ ਮੂਲ ਦੇ ਪ੍ਰਥਾਏ ਪੂਰੀ ਗੁਰਬਾਣੀ ਵਿੱਚ 57 ਸ਼ਬਦ ਹਨ।
पुरख के प्रथाए 36 शब्द हैं। निरोधर मंत्र के प्रथाए 5 शब्द हैं ते मंत्र तंत्रां के प्रथाए 42 शब्द हैं। एवें ही आप कहना भी वो मिलता गुरु की कृपा नाल चेता रहे। सानू किसी विचोले की लोड़ नहीं। परमात्मा नू किसी जीव नू अपने नाल लाने वास्ते कोई विचोला नहीं घड़ना पैंदा। विचोलियां दे परथाए, विचोले कह लो, दलाल कह लो, वकील कह लो, इन्हां दे परथाए पूरी गुरबाणी विच 180 शब्द हैं। उन्हां ते विचारो। ते भावें उन्हें खुद आप जीवन जी के आप वो करके ते सानू दस्या भी यह काम करना है, पर सानू समझ फिर भी ना आई। असी उन्हां नाल जुड़े रहे जिहड़े जूनां विच आए हुए हैं, जिहड़े जून विच हैं, जिहड़े जीवन यात्रा तय कर रहे हैं। तो मैं तुहानू सुखमनी साहिब के शब्द नाल ही जोड़ के, हुण मैं पिछे कहा सी ना भी गुरु, जे गुरु परमात्मा नू कहा गया है तो संत भी बहुतियां बड़िया ही शब्दों विच संतां दे प्रथाए पूरी गुरबाणी विच देहधारियां दे प्रथाए कह लो 203 शब्द ने। वो भी मेरा मालक सिर ते हथ रख के कृपा दृष्टि करेगा, खुल जाएगा वो शब्द, खिलाएगा। आप हाजिर नाजिर हो के खिलाएगा। ये पंजवीं अष्टपदी सुखमनी साहिब। गज साडे तै तै धोतिया, तेरे पहन तग, गली जिन्हा जप मालिया, लोटे हथ निबग। ये धार्मिक लिबास की गल हो रही है जी, यानी कि भेख अपने आप को धार्मिक विखाण वास्ते ये भेख किते जाते हैं। तो भेख के प्रथाए पूरी गुरबाणी में 200 शब्द हैं। कभी उन्होंने पढ़ के वेखो। इन्हां बारे अगे मेरा मालिक सच्चे पातशाह कह की रहा है, ओए हर के संत न आखे, बनारस के ठग। हुण मैं निंदक हो गया ना, संतां दी मैं निंदा कर दी। ये निंदा तो गुरबाणी कर रही है। मैं तो जो कोई लिखिया पढ़ के दस रहा तुहानू। थोड़ी जी मैनू उस मालक ने बुद्धि दी है तो मैं उहदे अनुसार यदि व्याख्या करने की कोशिश करना। मालक करा रहा है। फिर निंदक मैं हाँ या गुरु अर्जन देव जी? ये वो आख लैन, इस चीज़ का निर्णय वो कर लैन। किधरे सप बैठा होवे ते दसन वाले नूं निंदक तो नहीं आखना चाहिए भी यार आना जे अगे सप बैठा खा जीगा।
ਉਹਨੂੰ ਕਹਿੰਦੇ ਇਹ ਤਾਂ ਨਿੰਦਾ ਕਰਨ ਡਿਆ। ਬਟ ਨੌਨਸੈਂਸ। ਗੁਰੂ ਨਾਨਕ ਦੇਵ ਜੀ ਨੇ ਤਾਂ ਕਿਸੇ ਨੂੰ ਇਹੋ ਜਿਹੇ ਨੂੰ ਬਖਸ਼ਿਆ ਹੀ ਨਹੀਂ। ਫਿਰ ਗੁਰੂ ਨਾਨਕ ਦੇਵ ਜੀ ਤੁਹਾਡਾ ਤਾਂ ਕੋਈ ਨਿੰਦਕ ਹੀ ਹੈ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਸਮਝਾਇਆ ਹੈ ਵੀ ਰਾਖਸ਼ ਜੇ ਇਹਨਾਂ ਤੋਂ ਬਚ ਕੇ ਰਹੋ। ਕੀ ਇਹ ਨਿੰਦਾ ਹੈ? ਇਹ ਨਿੰਦਾ ਹੈ। ਲੋਕਾਂ ਨੂੰ ਸਿੱਧੇ ਰਾਹ ਪਾਉਣਾ, ਜ਼ੁਲਮਾਂ ਤੋਂ ਬਚਾਉਣਾ, ਇਮੋਸ਼ਨਲ ਬਲੈਕਮੇਲ ਹੋਣ ਤੋਂ ਬਚਾਉਣਾ, ਜਾਂ ਉਹਨਾਂ ਦੀ ਹਰ ਤਰ੍ਹਾਂ ਦੀ ਜਿਹੜੀ ਉਹ ਕੀਤੀ ਜਾਂਦੀ ਹੈ, ਸ਼ੋਸ਼ਣ ਕੀਤਾ ਜਾਂਦਾ, ਉਹਦੇ ਤੋਂ ਬਚਾਉਣਾ, ਕੀ ਨਿੰਦਾ ਹੈ? ਕੀ ਨਿੰਦਿਆ ਹੈ? ਤੇ ਫਿਰ ਮੈਂ ਨਿੰਦਕ ਹੀ ਠੀਕ ਹਾਂ। ਮੈਂ ਨਿੰਦਕ ਹੀ ਠੀਕ ਹਾਂ। ਇਸ ਤੋਂ ਅੱਗੇ ਭਾ ਮੇਰੇ ਮਾਲਕਾ कैसा अलंकार सिरजाई, ऐसे संत न मोह को पावे। नहीं सॉरी, मैं गलती कर गया। ये शब्द नहीं ਉਹਦਾ, ਸੁਖਮਨੀ ਸਾਹਿਬ ਦਾ ਨਹੀਂ, ਇਹ ਕਬੀਰ ਜੀ ਦਾ ਸ਼ਬਦ। ਸੌਰੀ, ਮੈਂ ਉਹ ਦੂਜਾ ਵੀ ਸ਼ਬਦ ਸੀ, ਉਹ ਹੀ ਮੈਂ ਮੇਰੇ ਕੋਲ ਸੀ। ਮੈਂ ਪਹਿਲਾਂ ਉਹਦੀ ਕਥਾ ਕਰਨੀ ਸੀ, ਉਹ ਗਲਤੀ ਹੋ ਗਈ ਮੇਰੇ ਕੋਲੋਂ। ਐਸੇ ਸੰਤ ਨ ਮੋਹ ਕੋ ਭਾਵੇ, ਡਾਲਾ ਸੋ ਪੇਡਾ ਗਟਕਾਵੇ। मेरे मालिक ने कैसा अलंकार सिरजा है। इत्थे एवें दे संतां वास्ते अलंकार खिंचिया डायनासोर, एक काल्पनिक जिहा पशु। शायद तुसां भी सारे ही सुनिया होगा कि डायनासोर कोई सी जिधर जांदा सी धरती हिलदी सी, जिहड़े भी राह च बूटे रुख आ जांदे सन, ਇਹ ਉਹਨੂੰ ਤੋਂ अंज मूँह पाते सन तो सारा सने तना तुना सब हजम कर जाते, अंदर ही उन्होंने जज्ब कर जाते हैं, गटक जाते, गटक जाना, यानी अंदर ही लंघा जाना। इहो जे संतां नूं भेखियां नूं की कहे मेरे गुरु ने? डायनासोर। खैर, वो सुखमनी साहब जी का शब्द, ਉਹਦੀ ਵਿਆਖਿਆ ਪਹਿਲਾਂ ਕਰਨੀ ਸੀ, ਉਹ ਮੈਂ ਥੋੜ੍ਹਾ ਕਾਹਲੀ ਸਾਂ। ਨਾਲੇ ਹੁਣ ਵੇਖੋ ਨਾ, ਮੈਂ ਸਿੱਖਦੜ ਹਾਂ ਅਤੇ ਸਿੱਖਦੜ ਤੋਂ ਤਾਂ ਗਲਤੀਆਂ ਹੋਣੀਆਂ ਨੇ, ਸੁਭਾਵਿਕ ਨੇ। ਨਾਲੇ ਪਤਾ ਕੀ ਹੈ, ਜੇ ਕੱਪੜੇ ਨੂੰ ਕਿਰੋਂ ਤਰੁੰਬ ਲੱਗ ਜਾਏ ਨਾ, ਖੁੰਗੀ ਵਗੈਰਾ ਲੱਗ ਜਾਏ, ਤਰੁੰਬ ਵੀ ਆਖਿਆ ਜਾਂਦਾ ਸਾਡੀ ਭਾਸ਼ਾ ਵਿੱਚ, ਖੁੰਗੀ ਵੀ ਲੱਗ ਜਾਏ, ਤੇ ਉਹਨੂੰ ਰਫੂ ਕਰ ਲਈਦਾ। ਥੋੜ੍ਹਾ ਜਿਹਾ ਜ਼ਿਆਦਾ ਹੋਰ ਪਾਟ ਜਾਏ ਤੇ ਉਹਨੂੰ ਸਿਉਂ ਲਈਦਾ। ਪਹਿਲਾਂ ਤੇ ਸਾਡੀਆਂ ਮਾਵਾਂ ਘਰ ਹੀ ਉਹਨੂੰ ਸੂਈ ਖਦੂਈ ਨਾਲ ਹੀ ਤਰੋਪਾ ਵਗੈਰਾ ਲਾ ਲੈਂਦੀਆਂ ਸਨ। ਉਹਨੂੰ ਵੱਡੇ ਵੱਡੇ ਨੰਗੰਦੇ ਜੇ ਮਾਰ ਕੇ ਉਹਨੂੰ ਨੰਗੰਦਣਾ ਵੀ ਕਹਿ ਉਹਦੇ ਨਾਲ ਕਰ ਲੈਂਦੀਆਂ ਸਨ। ਕੀ ਉਹਨਾਂ ਦੇ ਨੇ, ਖੰਦੋਈ ਨਾਲ ਨੰਗੰਦੇ ਮਾਰ ਕੇ, ਨੰਗੰਦੇ ਵੀ ਜਿਵੇਂ ਰਜਾਈ ਨੰਗੰਦੀ ਦੀ, ਐਵੇਂ ਕਰਕੇ। ਤਰੁੰਬ ਲੱਗਣੀ ਜਾਂ ਖੁੰਗੀ ਲੱਗਣੀ ਵੀ ਥੋੜ੍ਹਾ ਜਿਹਾ ਪਾਟ ਜੇ ਕਿਨੂੰ ਰਫੂ ਹੋ ਜਾਂਦਾ, ਹੋਰ ਜ਼ਿਆਦਾ ਪਾਟ ਜੇ ਤਾਂ ਉਹਨੂੰ ਸਿਉਂ ਲਈਦਾ। ਚੋਖਾ ਹੋਰ ਪਾਟ ਜੇ ਤੇ ਫਿਰ ਵੀ ਸਿਉਂ ਲਈਦਾ, ਚਲੋ ਔਖੇ ਹੋ ਗਏ। ਤੇ ਜੇ ਸਾਹਮਣੇ ਕੱਪੜੇ ਗਾਇਬ ਹੋ ਜਾਏ ਤੇ ਫਿਰ ਕੀ ਕਰੇ? ਹੁਣ ਸਾਡੀ ਅਵਸਥਾ ਇਹ ਵੇ ਕਥਾਵਾਚਕਾਂ ਦੀ,
ਉਹ ਸੋਚਦੇ ਕੋਈ ਨਹੀਂ ਵੀ ਗੱਲ ਨੂੰ ਛੋਹੀਏ ਕਿੱਧਰੋਂ, ਪਹਿਲਾਂ ਕਿਹੜੀ ਗੱਲ ਲਈਏ। ਜੇ ਆਖੀਦਾ ਪਹਿਲਾਂ ਇਹ ਚੀਜ਼ ਸਮਝਾਈਏ ਤੇ ਫਿਰ ਆਖੀਦਾ ਨਹੀਂ ਇਹ ਸਮਝਾਣੀ ਜ਼ਰੂਰੀ ਹੈ। ਇੱਕ ਪਵਨ ਗੁਰੂ ਪਾਣੀ ਪਿਤਾ ਦੇ ਪ੍ਰਥਾਏ ਮੈਂ ਅੱਜ ਤੋਂ 15-16 ਸਾਲ ਪਹਿਲਾਂ ਕਥਾ ਤਿਆਰ ਕੀਤੀ ਸੀ ਆਪਣੇ ਮਨ ਵਿੱਚ ਹੀ। ਲਿਖਦਾ ਲੁਖਦਾ ਨਹੀਂ, ਮੈਂ ਨਹੀਂ ਹੁੰਦਾ, ਇਦੋਂ ਮੈਂ ਨਲਾਇਕ ਹੀ ਹਾਂ ਕੁਛ। ਉਹ ਮੈਂ ਨੋਟ ਵੀ ਕੀਤੇ ਸਨ ਵੀ ਪਵਨ ਗੁਰੂ ਪਾਣੀ ਪਿਤਾ ਦੇ ਪ੍ਰਥਾਏ ਪੂਰੀ ਗੁਰਬਾਣੀ ਵਿੱਚ ਕਿੰਨੇ ਸ਼ਬਦ ਨੇ, ਕਿਉਂਕਿ ਮੈਂ ਸਮਝਦਾ ਹਾਂ ਵੀ ਸਭ ਤੋਂ ਪਹਿਲਾਂ ਇਹੀ ਕਥਾ ਕਰਨੀ ਚਾਹੀਦੀ ਹੈ, ਇਹੀ ਚੀਜ਼ ਸਮਝਾਉਣੀ ਚਾਹੀਦੀ ਹੈ। ਕਿਉਂਕਿ ਜਿੰਨਾ ਕੁਛ ਪਲਿਊਟ ਹੋ ਚੁੱਕਿਆ ਹੈ, ਚਾਹੇ ਉਹ ਪਾਣੀ ਹੈ ਚਾਹੇ ਪਵਨ ਹੈ, ਸਾਰਾ ਕੁਛ। ਖੈਰ ਉਹ ਅੱਜ ਮੇਰਾ ਇਹ ਪ੍ਰਕਰਨ ਨਹੀਂ ਸੀ, ਤੇ ਮੈਂ ਉੱਥੇ ਹੀ ਆਵਾਂ ਕਿ ਅਸੀਂ ਉਸ ਅਕਾਲ ਮੂਰਤ ਨੂੰ ਛੱਡ ਕੇ ਤੇ ਅਸੀਂ ਬਟਾਊਆਂ ਨਾਲ, ਹਾਂ ਇਹ ਸ਼ਬਦ ਹੈ ਸੁਖਮਨੀ ਸਾਹਿਬ ਦਾ, ਬਟਾਊ ਸਿਓ ਜੋ ਲਾਵੇ ਨੇਉ ਤਾਕੇ ਹਾਥ ਨਾ ਆਵੇ ਕੇ, ਬਟਾਊ ਸਿਓ ਜੋ ਲਾਵੇ ਨੇ ਤਾਕੇ ਹਾਥ ਨਾ ਆਵੇ ਕੇ। ਗੁਰਸਿੱਖੋ, ਬਟਾਊ ਇੱਕ ਹੁੰਦਾ ਬਟਿਊ, ਬਟਿਊ ਯਾਨੀ ਕਿ ਪ੍ਰਾਹੁਣਾ। ਹਰਿਆਣੇ ਵਿੱਚ ਇਹ ਹਰਿਆਣਵੀ ਸ਼ਬਦ ਹੈ, ਬਟਾਊ ਵੀ ਤੇ ਬਟਿਊ ਵੀ। ਔਰ ਚੇਤਾ ਰਹੇ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਵਿੱਚ ਹਰਿਆਣਵੀ ਭਾਸ਼ਾ ਹੈ। ਇਹਨੂੰ ਪੁਆਧੀ ਵੀ ਯਾਨੀ ਕਿ ਪੁਆਧੀ ਭਾਸ਼ਾ ਵੀ ਮੈਂ ਅਗਲੇ ਦਿਨ ਸੁਣਿਆ ਕਿ ਉਹ ਜਿਹੜੇ ਪੁਆਧੀ ਭਾਸ਼ਾ ਵਾਲੇ ਨੇ ਨਾ, ਜਿਨ੍ਹਾਂ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਹੈ, ਜਾਂ ਇੱਥੋਂ ਲੈ ਕੇ ਮੈਂ ਸੁਣਿਆ ਕਿ ਅਨੰਦਪੁਰ ਸਾਹਿਬ ਤੱਕ ਪੁਆਧੀ ਭਾਸ਼ਾ ਬੋਲੀ ਜਾਂਦੀ ਹੈ, ਸ਼ਾਇਦ ਪੁਆਧੀ ਕਹਿੰਦੇ ਨੇ। ਇਹ ਸਭ ਤੋਂ ਜ਼ਿਆਦਾ ਉਹਦੇ ਸ਼ਬਦ ਨੇ, ਕਿੰਨੇ ਨੇ 970, ਜਿਹੜੇ ਘੜੀ ਮੁੜੀ ਆਉਂਦੇ ਨੇ, ਯਾਨੀ ਕਿ ਵਾਰ ਆਉਂਦੇ ਨੇ, ਕਈ ਵਾਰ ਹੁੰਦੇ ਨੇ। ਸਭ ਤੋਂ ਜ਼ਿਆਦਾ ਹਰਿਆਣਵੀ ਭਾਸ਼ਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਪੁਆਧੀ ਤੇ ਹਰਿਆਣਵੀ ਮਿਲਦੀ ਜੁਲਦੀ ਹੋਣੀ ਹੈ। ਅੰਬਾਲਾ ਸਾਈਡ ਇੱਧਰ ਸਾਰੇ ਇਹੀ ਭਾਸ਼ਾ ਬੋਲੀ ਜਾਂਦੀ ਹੈ। ਇਹ ਬਟਿਊ ਪ੍ਰਾਹੁਣੇ ਨੂੰ ਆਉਂਦੇ ਨੇ, ਬਟਿਊ ਔਰ ਬਟਾਊ। ਸੁਖਮਨੀ ਸਾਹਿਬ ਵਿੱਚ ਬਟਾਊ ਹੈ, ਯਾਨੀ ਕਿ ਜਵਾਈ ਨੂੰ ਵੀ ਇਹ ਬਟਿਊ ਆਉਂਦੇ ਨੇ ਤੇ ਪ੍ਰਾਹੁਣੇ ਨੂੰ ਵੀ ਬਟਿਊ ਆਉਂਦੇ ਨੇ। ਜਿਵੇਂ ਅਸੀਂ ਜਵਾਈ ਨੂੰ ਪ੍ਰਾਹੁਣਾ ਵੀ ਆਉਂਦੇ ਹਾਂ ਤੇ ਪ੍ਰਾਹੁਣਿਆਂ ਨੂੰ ਵੀ ਪ੍ਰਾਹੁਣੇ ਆਉਂਦੇ ਹਾਂ, ਐਵੇਂ ਬਟਾਊ। ਸਾਡੇ ਵੱਡੇ ਆਂਦੇ ਹੁੰਦੇ ਸਨ, ਇਹ ਸ਼ਬਦ ਬੋਲਦੇ ਹੁੰਦੇ ਸਨ, ਭਈ ਇੱਥੋਂ ਫਲਾਣੀ ਜਗ੍ਹਾ ਕਿੰਨੀ ਕੁ ਵਾਟ ਹੈ। ਵਾਟ, ਅਸੀਂ ਵਾਟ ਆਂਦੇ ਹਨ, ਬਾਟ ਆਂਦੇ ਨੇ। भाई कितने की बाट है, उड़ता है भाई इथों। ते वाट तो बनया बटाऊ पंजाबी विच, ते हरियाणवी च बनया बटाऊ। बाट तो बटाऊ, बटाऊ यानी कि यात्री। ये भी एक अलंकार है। मेरे गुरु ने कैसे कैसे अलंकार सिरजे ने, पर असी बटावां नाल ही जुड़े हुए जिहड़े अपने जीवन सफर च। हुण कोई यात्री जांदा पिया होवे, उहदे नाल कोई नेह ला के बह जे, वो तो लंघ गया। ਉਹਦੇ ਹੱਥ ਕੀ ਆਇਆ? ਬਟਾਊ ਸਿਓ ਜੋ ਲਾਵੇ ਨੇ ਤਾਕੇ ਹਾਥ ਨਾ ਆਵੇ ਕੇ। ਦੱਸੋ ਕੀ ਉਹਦੇ ਹੱਥ ਲੱਗਾ?
ਤੇ ਫਿਰ ਜਿਹੜੇ ਆਂਦੇ ਨੇ ਨਾ ਗੁਰਬਾਣੀ ਵਿੱਚ ਕਿੱਥੇ ਡੱਕਿਆ ਹੈ ਦੇਹਧਾਰੀਆਂ ਨੂੰ ਮੰਨਣ ਤੇ, ਸੰਤਾਂ ਨੂੰ ਮੰਨਣ ਤੇ। ਇਹ ਸ਼ਬਦ ਧਿਆਨ ਨਾਲ ਪੜ੍ਹ ਲਓ। ਐਵੇਂ ਹੀ ਦੇਹਧਾਰੀਆਂ ਦੇ ਪਰਥਾਏ, ਅਖੌਤੀ ਸੰਤਾਂ ਦੇ ਪਰਥਾਏ ਔਰ ਸੰਤਾਂ ਦੇ ਪਰਥਾਏ ਵੀ ਕਿਧਰੇ ਕਿਧਰੇ ਗੁਰਬਾਣੀ ਵਿੱਚ ਪਰਮਾਤਮਾ ਨੂੰ ਹੀ ਸੰਤ ਕਿਹਾ ਹੈ, ਗੁਰੂ ਵੀ ਕਿਹਾ ਹੈ, ਸਾਧ ਵੀ ਕਿਹਾ ਹੈ, ਸਾਧੂ ਵੀ ਕਿਹਾ ਹੈ। ਸਾਧੂ ਦੇ ਪਰਥਾਏ ਸ਼ਬਦ ਵੀ ਮੇਰੇ ਕੋਲ ਨੋਟ ਸਨ। 85 ਪੰਨਾ ਨੰਬਰ 85। ਹਾਂਜੀ, 135 ਸ਼ਬਦ ਹਨ। ਸਾਧ ਤੇ ਸਾਧੂ ਦੇ ਥਾਂ ਕਿੰਨਿਆਂ ਹੀ ਸ਼ਬਦਾਂ ਵਿੱਚ ਗੁਰਬਾਣੀ ਵਿੱਚ ਪਰਮਾਤਮਾ ਨੂੰ ਸਾਧੂ ਕਿਹਾ ਹੈ, ਕਿੰਨੀ ਹੀ ਵਾਰ। ਥੋੜਾ ਜਿਹਾ ਮੈਂ ਖੋਲ ਦਿਆਂ। 36 ਯੁੱਗ ਜਿਹਦੀ ਸਮਾਧੀ ਲੱਗਦੀ ਹੈ, ਉਸ ਤੋਂ ਵੱਡਾ ਫਿਰ ਕਿਹੜਾ ਸਾਧੂ ਹੋ ਸਕਦਾ? 36 ਯੁੱਗ ਗੁਬਾਰਾ। ਔਰ ਇਹ ਵੀ ਸ਼ਬਦਾਂ ਦਾ ਜੋੜ ਮੇਰੇ ਕੋਲ ਹੈ ਸੀ, ਪਰ ਹੁਣ ਟਾਈਮ ਖਰਾਬ ਹੁੰਦਾ ਤੇ ਗੁਰਸਿੱਖੋ ਇੱਕ ਨਾਲ ਜੁੜੋ। ਉਸ ਇੱਕ ਨਾਲ ਜੁੜੋ ਜਿਹਦੀ ਹੋਂਦ ਸਦਾ ਕਾਇਮ ਰਹਿਣੀ ਹੈ। ਇਹਨਾਂ ਹੀ ਸ਼ਬਦਾਂ ਨਾਲ ਮੈਂ ਫਤਿਹ ਬੁਲਾਵਾਂਗਾ, ਅਸੀਸਾਂ ਦੇਣਾ, ਤਾਂ ਕਿ ਅੱਗੇ ਮੈਨੂੰ ਬਲ ਤੇ ਬੁੱਧੀ ਪਰਮਾਤਮਾ ਬਖਸ਼ਦਾ ਰਹੇ। ਉਹਦਾ ਓਟ ਆਸਰਾ ਲੈ ਕੇ ਤੁਹਾਡੇ ਸਾਹਮਣੇ ਮੈਂ ਆਪਣੇ ਵਿਚਾਰ ਰੱਖਣ 'ਚ ਕਾਮਯਾਬ ਹੁੰਦਾ ਰਹਾਂ। ਬਹੁਤ ਲੋੜ ਹੈ ਤੁਹਾਡੀ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।